500 700 तो लैके एक बारी कई बार असी 1000 बंदे तक भी असी खाना डेली का डिस्ट्रीब्यूट किया। दस्तरखान नामी जिहड़ी संस्था है वो असी दाल चावल रोटी रोज़ाना हॉस्पिटल दे विच एक वक्त का खाना दिंने आ। देखो हुण किड्डे किड्डे वधिया तुहाडे खालसा एड इंटरनैशनल कितना वधिया काम कर रही है सारे वर्ल्ड दे विच। मैं कहना सिखां दा अगर नाम रोशन करने वाली संस्था खालसा एड काम कर रही है। हक हमेशा बुलंद रहा है जुल्म दे उपर, जदों भी जुल्म ने हत्थ चुकी है तो हक उहदे सामने डट के खड़े और अंत दे विच हक दी जिੱਤ हुई है। सानू अपना ये तजर्बा है कि सानू कई बार जिस तरह 5:45 या 6 बजे लैके जाने तो 6:15 कई बार 5-7 मिनट लेट हो जाने तो उत्थे कई बंदे साडा वेट कर रहे होंदे ने खाने का। तो सानू इस चीज़ का एहसास होंदा भी असी जे ना आईए और की बेचारियां दा बनू जो पिंड दे विचों आंदे ने। पोजीशन च बड़े बड़े लोग ने बैठे ने जिहड़े इहदे रस्ते विच अड़चना भी पैदा कर सकते ने, करदे भी ने। लेकिन सानू कई बार डर लगता होंदा है कि एडे एडे बड़े नाल लोकां नाल टक्कर लै रहा है। पहली वारी इहने उत्थे स्पीच दित्ती सी जी, इकट्ठ बहुत सीगा उत्थे भी। इहदा ना दिल मतलब इन्ना होया कि साडा भी दिल बहुत खराब होया कि देखो एक बच्ची नाल किन्ना अन्याय होया है ना जी, कि उहने मासूम ने की कसूर कीता सीगा। ਮਲੇਰਕੋਟਲਾ ਸ਼ਹਿਰ ਦੀ ਧਰਤੀ ਨੂੰ ਇਹ ਬਖਸ਼ਿਸ਼ ਹੈ ਕਿ ਇਹ ਸਦਾ ਮਜ਼ਲੂਮਾਂ ਦੇ ਹੱਕ ਵਿੱਚ ਨਾਅਰਾ ਮਾਰਦੀ ਹੈ। ਇਸੇ ਸ਼ਹਿਰ ਦਾ ਇੱਕ ਬਸ਼ਿੰਦਾ ਹੈ ਮੁਬੀਨ ਫਾਰੂਕੀ, ਜੋ ਉਹਨਾਂ ਲੋਕਾਂ ਲਈ ਮਿਸਾਲ ਹੈ ਜੋ ਇਨਸਾਨੀਅਤ ਅਤੇ ਇਨਸਾਫ ਲਈ ਖੜ੍ਹਦੇ ਨੇ। ਇਸ ਨੌਜਵਾਨ ਵੱਲੋਂ ਚਲਾਈ ਜਾ ਰਹੀ ਮੁਸਲਿਮ ਫੈਡਰੇਸ਼ਨ ਪੰਜਾਬ ਨਾਂ ਦੀ ਸੰਸਥਾ ਵੱਲੋਂ ਰੋਜ਼ਾਨਾ 500 ਜਣਿਆਂ ਦਾ ਲੰਗਰ ਵਰਤਾਇਆ ਜਾਂਦਾ ਹੈ। ਇਸ ਸੰਸਥਾ ਵਿੱਚ 100 ਦੇ ਕਰੀਬ ਨੌਜਵਾਨ ਕੰਮ ਕਰਦੇ ਨੇ। ਖਾਲਸਾ ਏਡ ਤੋਂ ਬੇਹੱਦ ਜ਼ਿਆਦਾ ਪ੍ਰਭਾਵਿਤ ਮੁਬੀਨ ਕਹਿੰਦੇ ਨੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਵਾਂਗ ਹੀ ਮੁਸਲਿਮ ਧਰਮ ਵਿੱਚ ਵੀ ਭੁੱਖਿਆਂ ਨੂੰ ਰੋਟੀ ਖਵਾਉਣਾ ਸਵਾਬ ਦਾ ਕੰਮ ਮੰਨਿਆ ਜਾਂਦਾ ਹੈ। ਕਿਵੇਂ ਕੰਮ ਕਰਦੀ ਹੈ ਇਹ ਫੈਡਰੇਸ਼ਨ, ਆਓ ਜਾਣਦੇ ਹਾਂ ਮੁਬੀਨ ਅਤੇ ਉਹਨਾਂ ਦੇ ਦੋਸਤਾਂ ਦੀ ਜ਼ੁਬਾਨੀ। ਮੇਰੇ ਦਾਦਾ ਜੀ 1947 ਦੇ ਵਿੱਚ ਹੀ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਉਸ ਟਾਈਮ ਜਿੱਥੇ ਘੱਟ ਗਿਣਤੀ ਦੇ ਵਿੱਚ ਮੁਸਲਿਮ ਸੀਗੇ, ਜਦੋਂ ਜਿੱਦਾਂ ਪਟਿਆਲਾ ਦੇ ਰਿਆਸਤ ਦੇ ਵਿੱਚ ਇੱਕ ਦਿੱਤੂਪੁਰ ਜੱਟਾਂ ਪਿੰਡ ਆਉਂਦਾ ਤਾਂ ਉੱਥੇ ਮੇਰੇ ਦਾਦਾ ਜੀ ਦੇ ਜਿਹੜੇ ਫਾਦਰ ਸੀਗੇ ਮੁਹੰਮਦ ਵਜ਼ੀਰਾ ਜੀ, ਤਾਂ ਉਹ ਉੱਥੇ ਜ਼ਿਮੀਂਦਾਰ ਸੀਗੇ। ਉਹਨਾਂ ਦੀ ਉਸ ਟਾਈਮ ਮੇਰੇ ਖਿਆਲ ਨਾਲ 170-75 ਵਿਗੇ ਜ਼ਮੀਨ 170-75 ਕਿੱਲੇ ਜ਼ਮੀਨ ਉਸ ਟਾਈਮ ਇੱਥੇ ਜੋ ਪੁਰਾਣੇ ਦੱਸਦੇ ਨੇ ਬਜ਼ੁਰਗ ਤਾਂ ਉਹ ਹੁੰਦੀ ਸੀਗੀ ਉੱਥੇ। ਤਾਂ ਉਹ ਮੇਰੇ ਜਦੋਂ ਦਾਦਾ ਜੀ ਛੋਟੇ ਸੀਗੇ ਉਸ ਟਾਈਮ ਉਹਨਾਂ ਦੇ 2 ਬ੍ਰਦਰ ਸੀਗੇ ਵੱਡੇ, ਉਹ ਪਾਕਿਸਤਾਨ ਚਲੇ ਗਏ ਸੀਗੇ ਔਰ ਮੇਰੇ ਦਾਦਾ ਜੀ ਇੱਥੇ ਮਲੇਰਕੋਟਲਾ ਆ ਕੇ ਇੱਥੇ ਵਸ ਗਏ ਸੀਗੇ। ਤਾਂ ਉਹਨਾਂ ਨੇ ਜਿਹੜੀਆਂ ਉੱਥੇ ਜ਼ਮੀਨਾਂ ਸੀਗੀਆਂ ਇੱਥੋਂ ਸਾਡੀਆਂ ਉਹ ਸ਼ਾਇਦ ਉੱਧਰ ਜਾ ਕੇ ਅਲਾਟ ਕਰਵਾਈਆਂ, ਉਹ ਅਸੀਂ ਕਦੇ ਦੁਬਾਰਾ ਇੱਥੇ ਨਾ ਕਦੇ ਸੋਚਿਆ ਨਾ ਅਸੀਂ ਕਦੇ ਕੋਈ ਕਲੇਮ ਕੀਤੀ ਹੈ। ਤਾਂ ਉਸ ਤੋਂ ਬਾਅਦ ਮਿਹਨਤੀ ਫੈਮਿਲੀ ਸੀਗੀ ਤਾਂ ਦਾਦਾ ਜੀ ਨੇ ਬਹੁਤ ਮਿਹਨਤ ਨਾਲ ਆਪਣੇ ਬੱਚਿਆਂ ਨੂੰ, ਯਾਨੀ ਮੇਰੇ ਫਾਦਰ ਔਰ 2 ਉਹਨਾਂ ਦੇ ਬ੍ਰਦਰ ਔਰ 2 ਮੇਰੇ ਭੂਆ ਜੀ ਸੀਗੇ, ਤਾਂ ਉਹਨਾਂ ਨੂੰ ਪੜ੍ਹਾਇਆ। ਤਾਂ ਮੇਰੇ ਫਾਦਰ ਸਾਹਿਬ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ HR ਮੈਨੇਜਰ ਸੀਗੇ, ਰਿਟਾਇਰ ਹੋ ਚੁੱਕੇ ਨੇ। ਮੈਂ BA LLB ਕੀਤੀ ਹੈ ਇੱਥੋਂ, ਪਹਿਲਾਂ ਗੌਰਮੈਂਟ ਕਾਲਜ ਤੋਂ BA ਕੀਤੀ ਹੈ ਔਰ ਲਖਨਊ ਯੂਨੀਵਰਸਿਟੀ ਤੋਂ ਆਪਣੀ ਲਾਅ ਗ੍ਰੈਜੂਏਸ਼ਨ ਪੂਰੀ ਕੀਤੀ। 2019 ਦੇ ਵਿੱਚ ਜੋ ਇਸਲਾਮ ਦਾ ਇੱਕ ਸਭ ਤੋਂ ਵੱਡਾ ਕਨਸੈਪਟ ਦੇ ਵਿੱਚੋਂ ਆਉਂਦਾ ਕਿ ਕਿਸੇ ਭੁੱਖੇ ਨੂੰ ਅਗਰ ਖਾਣਾ ਖਿਲਾਣਾ ਤਾਂ ਸਭ ਤੋਂ ਵੱਡਾ ਸਵਾਬ ਮੰਨਿਆ ਗਿਆ। ਤਾਂ ਇਸਲਾਮ ਸਾਨੂੰ ਇਹ ਸਿਖਾਉਂਦਾ, ਮਗਰ ਅਨਫੋਰਚੂਨੇਟਲੀ ਅੱਜ ਉਹ ਚੀਜ਼ਾਂ ਅਸੀਂ ਛੱਡ ਚੁੱਕੇ ਹਾਂ। ਮਗਰ ਸਾਨੂੰ ਮਾਣ ਹੈ ਸਾਡੇ ਸਿੱਖ ਬ੍ਰਦਰਸ ਦੇ ਉੱਪਰ, ਸਾਡੇ ਸਿੱਖ ਭਰਾਵਾਂ ਦੇ ਉੱਪਰ ਜਿਨ੍ਹਾਂ ਨੇ ਬਾਬਾ ਨਾਨਕ ਤੋਂ ਲੈ ਕੇ ਹੁਣ ਤੱਕ ਇਸ ਰਵਾਇਤ ਨੂੰ ਕਾਇਮ ਰੱਖਿਆ ਔਰ ਲੰਗਰ ਪ੍ਰਥਾ ਚਲਾਈ ਹੋਈ ਹੈ, ਜਿਹਦੇ ਕਰਕੇ ਅੱਜ ਸਿੱਖ ਕੌਮ ਫਖਰ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਅਗਰ ਪਹਿਚਾਨੀ ਜਾਂਦੀ ਹੈ। ਔਰ ਜਦੋਂ ਹੁਣ ਪਿੱਛੇ ਜੇ ਲੋਕਡਾਊਨ ਹੋਇਆ ਕਰੋਨਾ ਮਹਾਮਾਰੀ ਦੇ ਵਿੱਚ ਤਾਂ ਕਈ ਕੰਟਰੀਜ਼ ਦੇ ਜਿਹੜੇ ਮੁਖੀ ਸੀਗੇ, ਰਾਸ਼ਟਰਪਤੀ ਸੀ, ਉਹਨਾਂ ਨੇ ਵੀ ਸਿੱਖ ਕਮਿਊਨਿਟੀ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਉੱਥੇ ਲੰਗਰ ਸੇਵਾ ਸ਼ੁਰੂ ਕਰਨ ਲਈ ਉਹਨਾਂ ਨੂੰ ਕਿਹਾ ਔਰ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਇਸ ਚੀਜ਼ ਲਈ। ਦੇਖੋ ਕਿੱਡਾ ਬੜਾ ਕੰਮ ਹੈ। ਤਾਂ ਅਸੀਂ 2019 ਦੇ ਵਿੱਚ 16 ਮਾਰਚ ਨੂੰ
ਅਸੀਂ ਇੱਕ ਇੱਥੇ ਦਸਤਰਖਾਨ ਦੀ ਸ਼ੁਰੂਆਤ ਕੀਤੀ ਸੀ ਮਲੇਰਕੋਟਲਾ ਦੇ ਵਿੱਚ ਵੀ। ਕੁਝ ਜਿਹੜੇ ਸਾਡੇ ਹਮਖਿਆਲ ਇੱਥੇ ਦੇ ਲੋਕ ਸੀਗੇ ਸਾਡੇ, ਉਹਨਾਂ ਵੱਲੋਂ ਸਾਥ ਮਿਲਿਆ, ਭਰਪੂਰ ਸਾਥ ਮਿਲਿਆ। ਸਾਡੇ ਇੱਕ ਜੋ ਇੱਥੇ ਨਦੀਮ ਨਵਾਰ ਖਾਨ ਜੀ ਨੇ, ਉਹਨਾਂ ਕੋਲ ਅਸੀਂ ਗਏ ਕਿ ਸਾਨੂੰ ਦਸਤਰਖਾਨ ਲਈ ਜਗ੍ਹਾ ਚਾਹੀਦੀ ਹੈ। ਤਾਂ ਉਹਨਾਂ ਨੇ ਇੱਥੇ ਮੁਸਲਿਮ ਮੁਸਾਫਿਰਖਾਨਾ ਇੱਕ ਰੇਲਵੇ ਸਟੇਸ਼ਨ ਦੇ ਨਾਲ ਹੀ ਏਰੀਆ, ਤਾਂ ਉਹਦੇ ਵਿੱਚ ਸਾਨੂੰ ਜਗ੍ਹਾ ਪ੍ਰੋਵਾਈਡ ਕਰਵਾਈ, ਜਿੱਥੇ ਅਸੀਂ ਡੇਲੀ ਜੋ ਕੋਈ ਵੀ ਮਲੇਰਕੋਟਲੇ ਦੇ ਵਿੱਚ ਕੋਈ ਭੁੱਖਾ ਬੰਦਾ, ਅਸੀਂ ਕਹਿੰਦੇ ਸੀ ਕਿ ਕੋਈ ਭੁੱਖਾ ਨਾ ਸੋਵੇ, ਇਸ ਲਈ ਅਸੀਂ ਉੱਥੇ 2 ਟਾਈਮ ਦੁਪਹਿਰ ਔਰ ਸ਼ਾਮ ਦਾ ਖਾਣਾ ਸ਼ੁਰੂ ਕੀਤਾ ਸੀ। ਔਰ 1 ਸਾਲ ਉਸ ਚੀਜ਼ ਨੂੰ ਕੰਪਲੀਟ ਹੋ ਚੁੱਕਿਆ ਪਿਛਲੇ 16 ਮਾਰਚ ਨੂੰ। ਔਰ ਜੋ ਹੁਣ ਡਿਊਰਿੰਗ ਲੋਕਡਾਊਨ ਜਦੋਂ ਹੋ ਗਿਆ ਸੀਗਾ, ਉਸ ਤੋਂ ਕੁਝ ਦਿਨਾਂ ਬਾਅਦ ਜਦੋਂ 1 ਸਾਲ ਪੂਰਾ ਹੋਇਆ, ਤਾਂ ਫਿਰ ਅਸੀਂ ਸੋਚਿਆ ਵੀ ਕਿਸ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਜਾਵੇ। ਤਾਂ ਲੋਕਡਾਊਨ ਦੇ ਦਰਮਿਆਨ ਹੀ ਅਸੀਂ ਪਹਿਲਾਂ ਤਾਂ ਅਸੀਂ ਇੱਕ ਮੈਸੇਜ ਵੀ ਅਸੀਂ ਸਰਕੂਲੇਟ ਕੀਤਾ ਸੀਗਾ ਕਿ ਅਗਰ ਕਿਸੇ ਨੂੰ ਰਾਸ਼ਨ ਦੀ ਜ਼ਰੂਰਤ ਹੈ, ਕੋਈ ਐਸਾ ਪਰਿਵਾਰ ਹੈਗਾ ਜਿਵੇਂ ਹੁਣ ਲੋਕਡਾਊਨ ਦੇ ਵਿੱਚ ਕਿਸੇ ਕੋਲ ਰਾਸ਼ਨ ਨਾ ਹੋਵੇ, ਤਾਂ ਉਹ ਸਾਨੂੰ ਸੰਪਰਕ ਕਰੇ। ਤਾਂ ਕਈ ਲੋਕਾਂ ਦੇ ਫ਼ੋਨ ਆਏ, ਕਈ ਲੋਕਾਂ ਦੇ ਕਿ ਸਾਨੂੰ ਬਾਹਰਲੇ ਸ਼ਹਿਰਾਂ ਦੇ ਵਿੱਚੋਂ ਵੀ ਫ਼ੋਨ ਆਏ, ਕਿਉਂਕਿ ਮੈਸੇਜ ਜਦੋਂ WhatsApp ਦੇ ਉੱਪਰ ਚੱਲਿਆ। ਤਾਂ ਜਿੰਨੇ ਕੁ ਅਸੀਂ ਕਰ ਸਕਦੇ ਸੀਗੇ, ਅਸੀਂ ਪਹਿਲਾਂ ਆਪਣੇ ਵੱਲੋਂ ਅਸੀਂ ਪੂਰਾ ਉਹਨਾਂ ਦਾ ਜਿੱਥੇ ਜਿੱਥੇ ਵੀ ਰਿਕੁਆਇਰਮੈਂਟ ਸੀਗੀ, ਅਸੀਂ ਉਹਨਾਂ ਨੂੰ ਰਾਸ਼ਨ ਵਗੈਰਾ ਪਹੁੰਚਾਇਆ। ਮਗਰ ਕੁਛ ਦੇਰ ਬਾਅਦ, ਜਿੱਥੇ ਸਾਨੂੰ ਇਹ ਅੰਦਾਜ਼ਾ ਨਹੀਂ ਸੀਗਾ ਕਿ ਲੋਕਡਾਊਨ ਅੱਗੇ ਇੰਨਾ ਜਾਏਗਾ ਔਰ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਯਾਨੀ ਕਿ ਇੱਕ ਤਰ੍ਹਾਂ ਦਾ ਖਾਣੇ ਦਾ ਵੀ ਕਹਿੰਦੇ, ਇੱਕ ਲੋਕ ਕਈ ਤਾਂ ਐਸੇ ਪਰਿਵਾਰ ਸੀਗੇ ਜਿਹੜੇ ਹੈਂਡ ਟੂ ਮਾਊਥ ਸੀਗੇ, ਖਾਣੇ ਨੂੰ ਵੀ ਮੁਹਤਾਜ ਹੋ ਚੁੱਕੇ ਸੀ। ਤਾਂ ਅਸੀਂ ਇੱਕ ਛੋਟੀ ਸੰਸਥਾ, ਇੱਕ ਤਰ੍ਹਾਂ ਦੀ, ਠੀਕ ਹੈ, ਸਰਕਾਰਾਂ ਦੇ ਸਾਹਮਣੇ ਤਾਂ ਅਸੀਂ ਵੀ ਬਹੁਤ ਛੋਟੇ ਇੱਕ ਸੰਸਥਾ ਹੈ, ਤਾਂ ਅਸੀਂ ਜਦੋਂ ਸਰਕਾਰਾਂ ਨਹੀਂ ਉੱਥੇ ਇੱਕ ਤਰ੍ਹਾਂ ਦਾ ਕੋਈ ਉਹ ਕਰ ਸਕੀਆਂ ਸੀਗੀਆਂ, ਕੰਟਰੋਲ ਆਊਟ ਆਫ ਕੰਟਰੋਲ ਹੋ ਚੁੱਕਿਆ ਸੀਗਾ ਜਦੋਂ, ਤਾਂ ਫਿਰ ਵੀ ਅਸੀਂ ਜਿੰਨਾ ਜੋਗੇ ਸੀਗੇ ਅਸੀਂ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਲਈ ਫਿਰ ਅਸੀਂ ਇੱਕ ਨਵੀਂ ਇੱਕ ਤਰਕੀਬ ਵੀ ਸੋਚੀ ਸੀ ਕਿ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਅਸੀਂ ਉੱਥੇ ਦੇ ਜਿਹੜੇ ਨੌਜਵਾਨ ਸੀਗੇ ਜਾਂ ਬੰਦੇ ਜਿਹੜੇ ਐਸੇ ਸੀਗੇ ਚੈਰਿਟੀ ਜਿਹੜੇ ਕਰਨਾ ਚਾਹੁੰਦੇ ਸੀ, ਉਹਨਾਂ ਦੀਆਂ ਅਸੀਂ ਉੱਥੇ ਦੀਆਂ ਹੀ ਟੀਮਾਂ ਬਣਾਤੀਆਂ, ਏਰੀਆ ਵਾਈਜ਼, ਮੁਹੱਲਾ ਵਾਈਜ਼। ਮੇਰਾ ਨਾਮ ਮੁਹੰਮਦ ਅਸਗਰ ਹੈ ਜੀ। ਮੈਂ ਸਿਲਾਈ ਮਸ਼ੀਨਾਂ ਦਾ ਕੰਮ ਰਿਪੇਅਰ ਦਾ ਕੰਮ ਕਰ ਰਿਹਾ ਜੀ। ਤੇ ਮੁਸਲਿਮ ਫੈਡਰੇਸ਼ਨ ਨਾਲ ਮੇਰਾ ਜੁੜਨਾ ਕਰੀਬ ਪਿਛਲੇ 4 ਸਾਲ ਤੋਂ ਹੋਇਆ ਜੀ। ਦਸਤਰਖਾਨ ਨਾਮੀ ਜਿਹੜੀ ਸੰਸਥਾ ਹੈ, ਉਹ ਅਸੀਂ ਦਾਲ ਚਾਵਲ ਰੋਟੀ ਰੋਜ਼ਾਨਾ ਹਸਪੀਟਲ ਦੇ ਵਿੱਚ ਇੱਕ ਵਕਤ ਦਾ ਖਾਣਾ ਦਿੰਦੇ ਹਾਂ, ਤੇ ਉਹ ਘਰ ਵਰਗਾ ਖਾਣਾ ਹੁੰਦਾ ਹੈ, ਤੇ ਲੋਕ ਸਾਡਾ ਇੰਤਜ਼ਾਰ ਕਰਦੇ ਹੁੰਦੇ ਨੇ ਕਿ ਉਹ ਖਾਣਾ ਲੈ ਕੇ ਆਉਣਗੇ। ਭੁੱਖਿਆਂ ਨੂੰ ਖਾਣਾ ਖਿਲਾਣਾ ਇਸਲਾਮ ਦੇ ਵਿੱਚ ਜਿਹੜੀ ਇਸ ਦੀ ਬੜੀ ਮਹੱਤਤਾ ਹੈ। ਇਸ ਕਰਕੇ ਅਸੀਂ ਇਹ ਸਾਰੇ ਕੰਮਾਂ ਦੇ ਨਾਲ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਨਾਲ ਜੁੜ ਕੇ ਸਾਰੇ ਕੰਮ ਕਰ ਰਹੇ ਹਾਂ, ਔਰ ਇਹ ਸਾਰੇ ਕੰਮ ਕਰਕੇ ਦਿਲ ਨੂੰ ਇੱਕ ਬੜਾ ਸਕੂਨ ਮਿਲਦਾ ਹੈ। ਦਸਤਰਖਾਨ ਦਾ ਕੰਮ ਸਟਾਰਟ ਕੀਤਾ ਤਾਂ 1 ਸਾਲ ਤੋਂ ਪਹਿਲਾਂ, 1 ਸਾਲ ਹੋ ਗਿਆ ਲਗਭਗ। ਸਾਨੂੰ ਇਸ ਕੰਮ ਨੂੰ ਲੈ ਕੇ ਬਹੁਤ ਖੁਸ਼ੀ ਆ। ਜਦੋਂ ਅਸੀਂ ਖਾਣਾ ਅਸੀਂ ਹਸਪੀਟਲ 'ਚ ਲੈ ਕੇ ਜਾਂਦੇ ਹਾਂ, ਸਾਨੂੰ ਆਪਣਾ ਇਹ ਤਜਰਬਾ ਹੈ ਕਿ ਸਾਨੂੰ ਕਈ ਵਾਰ ਜਿਸ ਤਰ੍ਹਾਂ 5:45 ਜਾਂ 6 ਵਜੇ ਲੈ ਕੇ ਜਾਂਦੇ ਹਾਂ, ਤਾਂ 6:15 ਕਈ ਵਾਰ 5-7 ਮਿੰਟ ਲੇਟ ਹੋ ਜਾਂਦੇ ਹਾਂ, ਤਾਂ ਉੱਥੇ ਕਈ ਬੰਦੇ ਸਾਡਾ ਵੇਟ ਕਰ ਰਹੇ ਹੁੰਦੇ ਨੇ ਖਾਣੇ ਦਾ। ਤਾਂ ਸਾਨੂੰ ਇਹ ਚੀਜ਼ ਦਾ ਅਹਿਸਾਸ ਹੁੰਦਾ ਵੀ ਅਸੀਂ ਜੇ ਨਾ ਆਈਏ ਉਰੇ ਕੀ ਵਿਚਾਰਿਆਂ ਦਾ ਬਣੂ। ਜੋ ਪਿੰਡ ਦੇ ਵਿੱਚੋਂ ਆਉਂਦੇ ਨੇ, ਜਿਵੇਂ ਮਰੀਜ਼ ਹੁੰਦੇ ਨੇ ਜੋ ਪਿੰਡ ਦੇ ਵਿੱਚ ਹੁੰਦੇ ਨੇ, ਪਿੰਡ 'ਚੋਂ ਆਉਂਦੇ ਨੇ, ਉਹਨਾਂ ਨੂੰ ਖਾਣਾ ਲੈ ਕੇ ਉਰੇ ਆਉਣਾ ਬਹੁਤ ਦਿੱਕਤ ਆਉਂਦੀ ਹੈ। ਇਸ ਕਰਕੇ ਵਿਚਾਰੇ ਜੋ ਮਰੀਜ਼ ਹੁੰਦਾ ਉਹ ਤਾਂ ਚਲੋ ਨਹੀਂ ਖਾਂਦਾ, ਉਸ ਦੇ ਉੱਪਰ ਜੋ ਨਾਲ ਆਉਂਦੇ ਨੇ 1-2 ਬੰਦੇ, ਉਹ ਕੋਈ ਚਾਹ ਵਗੈਰਾ ਜਾਂ ਕੁਝ ਖਾ ਕੇ ਬਸ ਆਪਣਾ ਕੰਮ ਸਾਰ ਲੈਂਦੇ ਤੇ। ਸਾਡਾ ਇੱਕ ਫੂਡ ਬੈਂਕ ਬਣਿਆ ਹੋਇਆ, ਵਿਆਹ ਸ਼ਾਦੀਆਂ ਦੇ ਵਿੱਚੋਂ ਬਚਿਆ ਹੋਇਆ ਖਾਣਾ ਜਿਹੜਾ ਹੁੰਦਾ ਹੈ, ਅਗਰ ਤਾਂ ਉਹ ਨਾਨ ਵੈਜ ਆਉਂਦਾ ਹੈ ਤਾਂ ਸਾਡੇ ਕੋਲ ਲਿਸਟ ਬਣੀ ਹੁੰਦੀ ਆ, ਉਹ ਗਰੀਬ ਪਰਿਵਾਰਾਂ ਦੀ, ਅਸੀਂ ਉਹ ਉਹਨਾਂ ਨੂੰ ਦੇ ਦਿੰਦੇ ਹਾਂ ਪੈਕ ਕਰਕੇ ਖਾਣਾ। ਅਗਰ ਵੈਸ਼ਨੂੰ ਖਾਣਾ ਹੁੰਦਾ ਹੈ, ਵੈਜ ਖਾਣਾ ਹੁੰਦਾ ਹੈ, ਤਾਂ ਅਸੀਂ ਉਹ ਹਸਪੀਟਲ ਦੇ ਵਿੱਚ ਵੰਡਾਉਂਦੇ ਹਾਂ ਜੀ। ਸਟੇਸ਼ਨ ਦੇ ਨਜ਼ਦੀਕ ਮੁਸਲਿਮ ਮੁਸਾਫਿਰਖਾਨਾ ਹੈ, ਅਸੀਂ ਉਹਦੇ ਵਿੱਚ ਵੀ ਜੋ ਮੁਸਾਫਿਰ ਲੋਕ ਨੇ ਜਾਂ ਜ਼ਰੂਰਤਮੰਦ ਲੋਕ ਨੇ, ਅਸੀਂ ਉਹਨਾਂ ਨੂੰ ਖਾਣਾ ਪ੍ਰੋਵਾਈਡ ਕਰਵਾ ਰਹੇ ਹਾਂ। ਕੋਈ ਵੀ ਮਰੀਜ਼ ਆਉਂਦਾ, ਮੰਨ ਲਓ ਪਹਿਲਾ ਦਿਨ ਆਉਂਦਾ, ਤਾਂ ਨਾ ਤਾਂ ਉਹਨਾਂ ਕੋਲ ਬਰਤਨ ਦਾ ਕੋਈ ਇੰਤਜ਼ਾਮ ਹੁੰਦਾ, ਨਾ ਖਾਣੇ ਦਾ ਕੋਈ ਇੰਤਜ਼ਾਮ ਹੁੰਦਾ। ਤਾਂ ਇਸ ਲਈ ਸਾਨੂੰ ਜਦ ਅਸੀਂ ਖਾਣਾ ਲੈ ਕੇ ਜਾਂਦੇ ਹਾਂ ਤਾਂ ਬਹੁਤ ਪਰੇਸ਼ਾਨੀ ਨੇ, ਉਹਨਾਂ ਨੂੰ ਬਰਤਨ ਵਗੈਰਾ ਦੀ ਵੀ ਆਉਂਦੀ ਹੈ, ਜਿਸ ਦੇ ਨਾਲ ਅਸੀਂ ਡਿਸਪੋਜ਼ਲ ਵੀ ਰੱਖਦੇ ਹਾਂ ਤਾਂ ਕਿ ਉਹਨਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਸਕੇ। ਉਹ ਖਾਣਾ ਦੇਖੋ ਵੀ ਪਹਿਲੇ ਦਿਨ ਉਹਨਾਂ ਨੂੰ ਨਹੀਂ ਇਹਦਾ ਨੂੰ ਕੀ ਹੈ ਇੰਨਾ ਮਿਲ ਸਕਦਾ, ਨਾ ਉਹ ਇੰਨੇ ਪਰੇਸ਼ਾਨੀ ਦੇ ਅੰਦਰ ਹੁੰਦੇ ਨੇ ਮਰੀਜ਼ ਨੂੰ ਲੈ ਕੇ ਕਿ ਉਹ ਖਾਣਾ ਤਾਂ ਦੂਰ ਦੀ ਗੱਲ, ਬਹੁਤ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਵੀ ਭੁੱਲ ਜਾਂਦੇ ਨੇ ਇੱਕ ਮਰੀਜ਼ ਦੀ ਦੇਖ ਰੇਖ ਕਰਨ ਦੇ ਵਾਸਤੇ। ਤਾਂ ਖਾਣਾ ਜਦ ਅਸੀਂ ਲੈ ਕੇ ਜਾਂਦੇ ਹਾਂ ਤਾਂ ਉਹਨਾਂ ਦੇ ਜੋ ਮਰੀਜ਼ ਦੇ ਨਾਲ ਕੁਛ ਉਹਨਾਂ ਦੇ ਨਾਲ ਦੇ ਰਿਸ਼ਤੇਦਾਰ ਜਾਂ
ਪਤਾ ਲੈਣਾ ਹੈ ਜਾਂ ਉਹਨਾਂ ਦੇ ਆਪਣੇ ਮਾਂ-ਬਾਪ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਕੋਈ ਉੱਥੇ ਇਹ ਨਹੀਂ ਹੈ ਕਿ ਸਿਰਫ ਮਰੀਜ਼ਾਂ ਲਈ ਹੀ ਹੈ। ਜੋ ਮਰੀਜ਼ ਦਾ ਕੋਈ ਪਤਾ ਲੈਣ ਆਉਂਦਾ, ਕੋਈ ਦੂਰੋਂ ਆਉਂਦਾ, ਉਹਨਾਂ ਨੂੰ ਵੀ ਉਹ ਖਾਣਾ ਮੁਹੱਈਆ ਕਰਵਾਇਆ ਜਾਂਦਾ। ਤੇ ਗੁਰੂਆਂ ਪੀਰਾਂ ਦੀ ਇਹ ਸੇਧ ਹੈ ਜੀ ਜਿਹੜੀ ਸਾਨੂੰ ਇਨਸਪਾਇਰ ਕਰਦੀ ਹੈ। ਇਸ ਦੀ ਹਿਸਟਰੀ ਦੇ ਵਿੱਚ ਜੋ ਸਭ ਤੋਂ ਫਖਰ ਵਾਲੀ ਗੱਲ ਸਾਨੂੰ ਅਸੀਂ ਮਾਣ ਮਹਿਸੂਸ ਕਰਦੇ ਹਾਂ ਮਲੇਰਕੋਟਲਾ ਦੇ ਮੁਸਲਮਾਨ ਔਰ ਸਾਡੇ ਸਿੱਖ ਔਰ ਮੁਸਲਿਮ ਭਾਈਚਾਰੇ ਨੂੰ ਜਿਸ ਚੀਜ਼ ਦੇ ਉੱਪਰ ਅੱਜ ਵੀ ਅਸੀਂ ਕਹਿ ਸਕਦੇ ਹਾਂ ਕਿ ਹਾਂ ਅਸੀਂ ਉਸ ਧਰਤੀ ਤੇ ਪੈਦਾ ਹੋਏ ਹਾਂ ਕਿ ਜਿੱਥੇ ਦੇ ਨਵਾਬ ਨੇ ਜ਼ਾਲਮ ਹਕੂਮਤ ਦੇ ਖਿਲਾਫ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵੱਲੋਂ ਸ਼ਹੀਦੀ ਦਿੱਤੀ ਗਈ ਸੀ ਤਾਂ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਲੇ ਸਾਡੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੀ ਧਰਤੀ ਤੇ ਅਸੀਂ, ਕਿਉਂਕਿ ਜੋ ਜ਼ੁਲਮ ਦੇ ਖਿਲਾਫ ਜੰਗ ਸ਼ੁਰੂ ਤੋਂ ਜਦੋਂ ਦੀ ਦੁਨੀਆ ਬਣੀ ਹੈ, ਚਾਹੇ ਕਿਸੇ ਵੀ ਦੌਰ ਦੇ ਵਿੱਚ ਹੋਵੇ, ਸਾਡੇ ਪੈਗੰਬਰ ਹੋਏ ਨੇ, ਪੀਰ ਹੋਏ ਨੇ ਇੱਥੇ ਧਰਤੀ ਦੇ ਉੱਪਰ, ਤਾਂ ਜਦੋਂ ਵੀ ਇਹ ਲੜਾਈਆਂ ਹੋਈਆਂ ਨੇ ਸ਼ੁਰੂ ਤਾਂ ਹੱਕ ਹਮੇਸ਼ਾ ਬੁਲੰਦ ਰਿਹਾ ਜ਼ੁਲਮ ਦੇ ਉੱਪਰ। ਜਦੋਂ ਵੀ ਜ਼ੁਲਮ ਨੇ ਹੱਥ ਚੱਕੀਏ ਤਾਂ ਹੱਕ ਉਹਦੇ ਸਾਹਮਣੇ ਡਟ ਕੇ ਖੜਿਆ ਔਰ ਅੰਤ ਦੇ ਵਿੱਚ ਹੱਕ ਦੀ ਜਿੱਤ ਹੋਈ ਹੈ। ਔਰ ਅਸੀਂ ਪੰਜਾਬ ਦੀ ਧਰਤੀ, ਉਸ ਧਰਤੀ ਦੇ ਉੱਪਰ ਅਸੀਂ ਫਖਰ ਮਹਿਸੂਸ ਕਰਦੇ ਹਾਂ ਮਲੇਰਕੋਟਲਾ ਦੇ ਮੁਸਲਮਾਨ ਔਰ ਪੰਜਾਬ ਦਾ ਮੁਸਲਮਾਨ ਹੋਣ ਦੇ ਨਾਤੇ ਵੀ, ਕਿ ਜਿੱਥੇ ਅਸੀਂ ਖੁਸ਼ਨਸੀਬ ਇਸ ਖਿੱਤੇ ਦੇ ਵਿੱਚ ਪੈਦਾ ਹੋਣਾ ਆਪਣੀ ਖੁਸ਼ਨਸੀਬੀ ਮੰਨਦੇ ਹਾਂ। ਕਿਉਂਕਿ ਜਿਵੇਂ ਤੁਸੀਂ ਹਾਲਾਤ ਇਸ ਟਾਈਮ ਸਾਰੇ ਇੰਡੀਆ ਦੇ ਵਿੱਚ ਦੇਖ ਰਹੇ ਹੋ, ਜੋ ਮੁਸਲਮਾਨਾਂ ਦੇ ਨਾਲ ਇਸ ਟਾਈਮ ਹੋ ਰਿਹਾ ਹੈ, ਘੱਟ ਗਿਣਤੀਆਂ ਨਾਲ ਬਾਹਰ ਜੋ ਜ਼ੁਲਮ ਹੋ ਰਿਹਾ ਹੈ, ਤਾਂ ਪੰਜਾਬ ਇਸ ਚੀਜ਼ ਤੋਂ ਬਚਿਆ ਹੋਇਆ। ਕਿਉਂ ਬਚਿਆ ਹੋਇਆ? ਕਿਉਂਕਿ ਇੱਥੇ ਦੋ ਐਸੀਆਂ ਕੌਮਾਂ ਰਹਿੰਦੀਆਂ ਨੇ ਜਿਹੜੀਆਂ ਜ਼ੁਲਮ ਦੇ ਖਿਲਾਫ ਡਟ ਕੇ ਸ਼ੁਰੂ ਤੋਂ ਜਦੋਂ ਤੋਂ ਦੁਨੀਆ ਬਣੀ ਹੈ ਤਾਂ ਇਹ ਲੜਦੀਆਂ ਰਹੀਆਂ ਨੇ। ਸਿੱਖ ਕੌਮ ਔਰ ਜਿਹੜੇ ਇੱਥੇ ਮਲੇਰਕੋਟਲਾ ਦੀ ਅਸੀਂ ਗੱਲ ਕਰੀਏ ਤਾਂ ਇੱਥੇ ਮੁਸਲਿਮ ਡੋਮੀਨੇਟਿਡ ਏਰੀਆ ਹੋਣ ਕਰਕੇ ਮੁਸਲਿਮ ਇੱਥੇ ਜ਼ਿਆਦਾ ਰਹਿੰਦੇ ਨੇ। ਤਾਂ ਸਾਨੂੰ ਇਸ ਚੀਜ਼ ਦਾ ਵੀ ਇੱਥੇ ਫਖਰ ਹੈ ਕਿ ਅਸੀਂ ਐਸੇ ਖਿੱਤੇ ਦੇ ਵਿੱਚ ਪੈਦਾ ਹੋਏ ਹਾਂ ਜਿੱਥੇ ਸਾਡੇ ਖੂਨ ਦੇ ਵਿੱਚ ਕਿਸੇ ਜ਼ੁਲਮ ਦੇ ਖਿਲਾਫ ਲੜਨਾ ਸਾਡੇ ਖੂਨ ਦੇ ਵਿੱਚ ਹੀ ਦੌੜ ਰਿਹਾ। ਔਰ ਗੱਲ ਕਰੀਏ ਸ਼ਹਿਰ ਦੀ ਮਲੇਰਕੋਟਲਾ ਦੀ, ਤਾਂ ਮਲੇਰਕੋਟਲਾ ਇੱਕ ਐਸਾ ਸ਼ਹਿਰ ਹੈ ਵੀ ਜਦੋਂ 1947 ਦੇ ਵਿੱਚ ਜਿੱਥੇ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਔਰ ਪੰਜਾਬ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਪਿੰਡਾਂ ਦੇ ਵਿੱਚ ਜਿੱਥੇ ਕਮਿਊਨਿਟੀ ਦੀਆਂ ਦੋ ਲੜਾਈਆਂ ਹੋਈਆਂ ਔਰ ਹਜ਼ਾਰਾਂ ਹੀ ਲੋਕ ਉਸ ਦੌਰ ਦੇ ਵਿੱਚ ਮਾਰੇ ਗਏ, ਤਾਂ ਮਲੇਰਕੋਟਲਾ ਇੱਕ ਇਹੋ ਜਿਹਾ ਸ਼ਹਿਰ ਸੀਗਾ ਜਿੱਥੇ ਇੱਕ ਵੀ ਖੂਨ ਦਾ ਇੱਕ ਵੀ ਤੁਪਕਾ ਨਹੀਂ ਵਹਿਆ ਸੀ। ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਜੋ ਸਾਡੇ ਨਵਾਬ ਸਾਹਿਬ ਵੱਲੋਂ ਇੱਥੇ ਹਾਂ ਦਾ ਨਾਰਾ ਮਾਰਿਆ ਗਿਆ ਸੀਗਾ, ਤਾਂ ਉਸ ਟਾਈਮ ਉਸ ਚੀਜ਼ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਤਾਂ ਕੋਈ ਵੀ ਐਸੀ ਜੋ ਕਲੈਸ਼ ਸੀਗਾ ਇੱਥੇ ਤੱਕ ਨਹੀਂ ਪਹੁੰਚਿਆ। ਤਾਂ ਉਸ ਤੋਂ ਬਾਅਦ ਜਦੋਂ ਜਲੰਧਰ ਦੇ ਵਿੱਚ ਮੇਰੀ ਪ੍ਰੈਕਟਿਸ ਸ਼ੁਰੂ ਹੋਈ ਹੈ ਔਰ 5 ਸਾਲ ਉੱਥੇ ਪ੍ਰੈਕਟਿਸ ਕਰਨ ਤੋਂ ਬਾਅਦ ਮਲੇਰਕੋਟਲਾ ਮੈਂ ਦੁਬਾਰਾ ਇੱਥੇ ਆਪਣੇ ਹੋਮ ਟਾਊਨ ਹੀ ਆ ਗਿਆ ਸੀ, ਕਿਉਂਕਿ ਮੇਰੇ ਤੋਂ ਕੁਝ ਜ਼ਿੰਮੇਵਾਰੀਆਂ ਵੱਧ ਗਈਆਂ ਸੀ। ਜਦੋਂ ਅਸੀਂ ਇੱਕ ਆਰਗੇਨਾਈਜੇਸ਼ਨ ਮੁਸਲਿਮ ਫੈਡਰੇਸ਼ਨ ਪੰਜਾਬ ਨਾਮ ਦੀ ਆਰਗੇਨਾਈਜੇਸ਼ਨ ਅਸੀਂ ਸ਼ੁਰੂ ਕੀਤੀ ਸੀਗੀ, ਜਿੱਥੇ ਸਾਰੇ ਪੰਜਾਬ ਦੇ ਵਿੱਚ ਜੋ ਘੱਟ ਗਿਣਤੀ ਦੇ ਵਿੱਚ ਜਿੱਥੇ ਮੁਸਲਿਮਸ ਰਹਿੰਦੇ ਨੇ ਉੱਥੇ ਜੋ ਉਹਨਾਂ ਨੂੰ ਪ੍ਰੋਬਲਮਸ ਫੇਸ ਕਰ ਰਹੇ ਸੀਗੇ, ਜਿੱਦਾਂ ਕੋਈ ਕਬਰਸਤਾਨਾਂ ਦੇ ਮਸਲੇ ਜਾਂ ਕੋਈ ਮਸਜਿਦਾਂ ਦੇ ਵਿੱਚ ਕੋਈ ਉੱਥੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀਗੀ, ਤਾਂ ਜਿੰਨੀ ਕੁ ਅੱਲਾ ਨੇ ਹਿੰਮਤ ਦਿੱਤੀ ਸੀ ਉਸ ਹਿਸਾਬ ਨਾਲ ਅਸੀਂ ਉਹਨਾਂ ਦੀ ਹੈਲਪ ਕਰਨ ਦੀ ਇੱਕ ਕੋਸ਼ਿਸ਼ ਕੀਤੀ। ਔਰ ਇਸ ਆਰਗੇਨਾਈਜੇਸ਼ਨ ਦੇ ਬੈਨਰ ਤਲੇ ਹੀ ਅਸੀਂ ਇਹ ਵੀ ਸਾਨੂੰ ਇੱਕ ਸੋਚ ਜੋ ਸਾਡੀ ਸੀ ਕਿ ਐਜੂਕੇਸ਼ਨ ਪੱਖੋਂ ਜੋ ਸਾਡੀ ਕਮਿਊਨਿਟੀ ਆ ਬਹੁਤ ਪਿਛੜੀ ਹੋਈ ਹੈ, ਤਾਂ ਉਹਨਾਂ ਨੂੰ ਉੱਚਾ ਚੱਕਣ ਲਈ ਜਿਹੜੇ ਇੱਥੇ ਕੁਝ ਯਤੀਮ ਬੱਚੇ ਜੋ ਨਹੀਂ ਪੜ੍ਹ ਸਕਦੇ ਸੀਗੇ ਆਪਣੀ ਗਰੀਬੀ ਕਰਕੇ, ਤਾਂ ਉਹਨਾਂ ਦੀ ਫੀਸਿਸ ਵਗੈਰਾ ਉਹਨਾਂ ਦੇ ਸਕੂਲਾਂ ਦੇ ਵਿੱਚ ਜਾਣ ਦਾ ਪ੍ਰਬੰਧ ਕਰਨਾ ਔਰ ਕੁਝ ਬੇਵਾਵਾਂ ਲਈ ਐਸੇ ਜਿਹੜੇ ਸੋਸ਼ਲ ਕੰਮ ਨੇ ਇਹਨਾਂ ਵਾਸਤੇ ਅਸੀਂ ਆਰਗੇਨਾਈਜੇਸ਼ਨ ਦੇ ਬੈਨਰ ਤਲੇ ਕਰਦੇ ਰਹੇ। ਤਾਂ ਫਿਰ ਅਸੀਂ ਇਹ ਵੀ ਸੋਚਿਆ ਕਿ ਆਪਾਂ ਚਲੋ ਹੌਟ ਮੀਲ ਹੈ ਜਿਹੜਾ ਖਾਣਾ ਬਣਿਆ ਹੋਇਆ ਖਾਣਾ ਉਹ ਆਪਾਂ ਡਿਸਟਰੀਬਿਊਟ, ਜਿਵੇਂ ਪਹਿਲਾਂ ਆਪਾਂ ਦਸਤਰਖਾਨ ਦੇ ਜ਼ਰੀਏ, ਉਹ ਵੀ ਅਸੀਂ ਨਾਲ ਹੀ ਸ਼ੁਰੂ ਕੀਤਾ ਹੋਇਆ ਸੀ। ਉਹਦੇ ਵਿੱਚ ਅਲਹਮਦੁਲਿਲਾ ਅਗਰ ਸਾਨੂੰ ਉੱਥੋਂ ਆਪਣੇ ਨੋਡਲ ਆਫਿਸਰ ਵੱਲੋਂ ਅਗਰ 3 ਏਰੀਆ ਦਿੱਤੇ ਜਾਂਦੇ ਸੀਗੇ ਤਾਂ ਅਸੀਂ ਉਹਦੇ ਵਿੱਚ 6 ਏਰੀਆਜ਼ ਦੇ ਵਿੱਚ ਵੀ ਅਸੀਂ 3 ਦੀ ਜਗ੍ਹਾ ਡਬਲ ਵੀ ਅਸੀਂ ਖਾਣਾ ਜਿਹੜਾ ਡਿਸਟਰੀਬਿਊਟ ਉਸ ਟਾਈਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ 700 500 700 ਤੋਂ ਲੈ ਕੇ ਇੱਕ ਵਾਰੀ ਕਈ ਵਾਰ ਅਸੀਂ 1000 ਬੰਦੇ ਤੱਕ ਵੀ ਅਸੀਂ ਖਾਣਾ ਡੇਲੀ ਦਾ ਡਿਸਟਰੀਬਿਊਟ ਕੀਤਾ। ਤਾਂ ਮੇਨ ਜੋ
ਕਹਿਣ ਦਾ ਮਕਸਦ ਤਾਂ ਸਾਡਾ ਸਿਰਫ ਇਹੀ ਹੈ ਕਿ ਹਰ ਬੰਦਾ ਹੈ ਜਿਹੜਾ ਉਹਦੇ ਵਿੱਚ ਰੱਬ ਵੱਲੋਂ ਇੱਕ ਘੜੀ ਫਿੱਟ ਕੀਤੀ ਹੋਈ ਹੈ, ਉਹਦੇ 'ਤੇ ਅਲਾਰਮ ਹੁੰਦਾ ਹੀ ਹੁੰਦਾ ਹੈ, ਵੇਕਅਪ ਕਾਲ ਹੈ ਜਿਹੜੀ ਉਹ ਹਰ ਬੰਦੇ ਨੂੰ ਆਉਂਦੀ ਹੈ। ਅਗਰ ਤੁਹਾਡੇ ਅੰਦਰ ਜਿਸ ਟਾਈਮ ਤੁਸੀਂ ਕਿਸੇ ਨੂੰ ਗਰੀਬ ਨੂੰ ਦੇਖਦੇ ਹੋ, ਕਿਸੇ ਨੂੰ ਭੁੱਖਾ ਦੇਖਦੇ ਹੋ, ਕਿਸੇ ਨੂੰ ਮਜਬੂਰ ਨੂੰ ਦੇਖਦੇ ਹੋ, ਔਰ ਅਗਰ ਤੁਹਾਡੇ ਅੰਦਰੋਂ ਤੁਹਾਡਾ ਦਿਲ ਕਰਦਾ ਹੈ ਕਿ ਹਾਂ ਯਾਰ ਮੈਂ ਇਹਦੀ ਕੋਈ ਮਦਦ ਕਰਾਂ, ਤਾਂ ਇਟ ਮੀਨਸ ਕਿ ਰੱਬ ਨੇ ਉਹ ਘੰਟੀ ਤੁਹਾਡੇ ਅੰਦਰ ਜੋ ਅਲਾਰਮ ਫਿੱਟ ਕੀਤਾ ਉਹ ਵੱਜ ਚੁੱਕਿਆ ਔਰ ਵੇਕਅਪ ਕਾਲ ਹੈ, ਉਹਨੂੰ ਤੁਸੀਂ ਪਿਕ ਕਰੋ। ਸਾਡੇ ਵਿੱਚ ਇੱਕ ਗੱਲ ਮਸ਼ਹੂਰ ਹੈ ਕਿ ਰੱਬ ਉਹ ਤਾਕਤ ਹੈ ਜਿਹੜੇ ਪੱਥਰ ਦੇ ਵਿੱਚ ਇੱਕ ਕੀੜਾ ਹੁੰਦਾ ਕਿ ਉਹਨੂੰ ਵੀ ਉਹਦਾ ਰਿਜ਼ਕ ਪਹੁੰਚਾ ਦਿੰਦਾ, ਪੱਥਰ ਦੇ ਵਿੱਚ ਵੀ। ਮੈਂ ਇਹ ਕਹਾਂਗਾ ਕਿ ਤੁਸੀਂ ਅਗਰ ਸੋਚਦੇ ਹੋ ਕਿ ਮੈਂ ਕੋਈ ਚੰਗਾ ਕੰਮ ਕਰ ਰਿਹਾ, ਤੁਹਾਡੀ ਅਗਰ ਮੁਖਾਲਫਤ ਨਹੀਂ ਹੋ ਰਹੀ, ਤੁਹਾਨੂੰ ਕੋਈ ਬੁਰਾ ਨਹੀਂ ਕਹਿ ਰਿਹਾ, ਤੁਹਾਡੀ ਲੱਤ ਅਗਰ ਫੜ ਕੇ ਕੋਈ ਨਹੀਂ ਖਿੱਚ ਰਿਹਾ, ਤਾਂ ਤੁਸੀਂ ਇੱਕ ਵਾਰੀ ਪਹਿਲਾਂ ਤਾਂ ਅੱਜ ਉਹ ਦੌਰ ਹੈ ਵੀ ਤੁਸੀਂ ਪਹਿਲਾਂ ਦੁਬਾਰਾ ਇੱਕ ਵਾਰੀ ਉਹਦੇ 'ਤੇ ਨਜ਼ਰਸਾਨੀ ਕਰੋ ਉਸ ਚੀਜ਼ ਦੇ ਉੱਪਰ ਵੀ ਯਾਰ ਤੂੰ ਸਹੀ ਰਸਤੇ ਤਾਂ ਹੈ ਵੀ ਜਾਂ ਨਹੀਂ। ਕਿਉਂਕਿ ਇਹ ਉਹ ਦੌਰ ਹੈ ਕਿ ਜੇ ਤੁਸੀਂ ਸਹੀ ਕੰਮ ਕਰੋਗੇ ਤਾਂ ਹੀ ਤੁਹਾਡੀ ਮੁਖਾਲਫਤ ਸ਼ੁਰੂ ਹੋਏਗੀ। ਕਿਉਂਕਿ ਬੁਰਾ ਕੰਮ ਜੋ ਤੁਸੀਂ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ। ਤੁਸੀਂ ਇੱਥੇ ਕਈ ਬੈਠੇ ਸ਼ਰੇਆਮ ਇੱਥੇ ਕਈ ਵਾਰੀ ਜੂਆ ਖੇਡਦੇ ਆ, ਕੋਈ ਤੁਹਾਨੂੰ ਕੋਈ ਬੰਦਾ ਆਪਣੇ ਆਪ ਹੋਗਾ। ਅਗਰ ਤੁਸੀਂ ਕੋਈ ਚੰਗਾ ਕੰਮ ਕਰੋਗੇ ਤਾਂ ਉਹਦੇ 'ਤੇ ਮੁਖਾਲਫਤ ਕੀ ਕਹਿਣਗੇ ਕਿ ਯਾਰ ਪਤਾ ਨਹੀਂ ਕੀ ਹੈ ਇਹਦਾ ਰੀਜ਼ਨ ਕੀ ਹੈ ਜੀ, ਇਹ ਕਿਉਂ ਕਰ ਰਿਹਾ। ਦੇਖੋ ਹੁਣ ਕਿੱਡੇ ਵਧੀਆ ਤੁਹਾਡੇ ਖਾਲਸਾ ਏਡ ਇੰਟਰਨੈਸ਼ਨਲ ਕਿੰਨਾ ਵਧੀਆ ਕੰਮ ਕਰ ਰਹੀ ਹੈ। ਸਾਰੇ ਵਰਲਡ ਦੇ ਵਿੱਚ ਮੈਂ ਕਹਿੰਦਾ ਸਿੱਖਾਂ ਦਾ ਅਗਰ ਨਾਮ ਰੌਸ਼ਨ ਕਰਨ ਵਾਲੀ ਸੰਸਥਾ ਖਾਲਸਾ ਏਡ ਕੰਮ ਕਰ ਰਹੀ ਹੈ। ਸਾਰੀ ਦੁਨੀਆ ਜਿੱਥੇ ਨਹੀਂ ਵੀ ਪਤਾ ਤੇ ਵੀ ਸਿੱਖ ਕੌਣ ਨੇ, ਉੱਥੇ ਵੀ ਜਾ ਕੇ ਉਹਨਾਂ ਨੇ ਦੱਸਿਆ ਵੀ ਸਿੱਖ ਆ ਨੇ, ਵੀ ਤੁਹਾਨੂੰ ਭੁੱਖਿਆਂ ਨੂੰ ਖਾਣਾ ਖਿਲਾਉਣ ਵਾਲੇ, ਤੁਹਾਡੇ ਬੱਚਿਆਂ ਨੂੰ ਮਰਨੋਂ ਬਚਾਉਣ ਵਾਲੇ, ਠੀਕ ਹੈ, ਉਹ ਜ਼ਰੀਆ ਬਣੇ ਨੇ ਜੋ ਸਿੱਖ ਕੌਮ ਦੇ, ਉਹ ਖਾਲਸਾ ਏਡ ਹੈ। ਤਾਂ ਉਹਨਾਂ 'ਤੇ ਵੀ ਦੇਖੋ ਕਈ ਬੰਦੇ ਉਂਗਲੀਆਂ ਚੱਕ ਦਿੰਦੇ ਨੇ। ਤਾਂ ਇਹ ਮੁਖਾਲਫਤ ਹੈ ਜਿਹੜੀ, ਇਹ ਅੱਛਾਈ ਦੀ ਹੀ ਮੁਖਾਲਫਤ। ਅਗਰ ਤੁਸੀਂ ਕਰੋਗੇ ਅੱਛਾ ਕੰਮ ਤਾਂ ਉਹਦੀ ਮੁਖਾਲਫਤ ਹੋਣੀ ਹੀ ਹੋਣੀ ਹੈ। ਫਾਈਨੈਂਸ਼ੀਅਲੀ ਤਾਂ ਇਹ ਹੈ ਕਿ ਅਸੀਂ ਜਿਹੜੇ ਸਾਡੇ ਬੰਦੇ ਨੇ ਕੁਛ ਉਹੀ ਅਸੀਂ ਇਕੱਠੇ ਹੋ ਕੇ, ਜਾਂ ਕੁਛ ਸਾਡੇ ਜਿਹੜੇ ਖੈਰ ਖਵਾਹ ਨੇ ਜਾਂ ਸਾਡੇ ਵੈਲ ਵਿਸ਼ਰ ਨੇ ਜਿਹੜੇ ਜਾਣਦੇ ਨੇ ਕਿ ਇਹ ਸਹੀ ਕੰਮ ਕਰ ਰਹੇ ਨੇ ਜਾਂ ਸਹੀ ਸਾਡਾ ਜੋ ਵੀ ਅਸੀਂ ਸਮਝ ਲਓ ਕਿਸੇ ਬੱਚਿਆਂ ਦੀ ਫੀਸਾਂ ਅਗਰ, ਤਾਂ ਸਾਡਾ ਇੱਕ ਸਿਸਟਮ ਇਹ ਬਣਾਇਆ ਹੋਇਆ ਕਿ ਜੋ ਵੀ ਅਗਰ ਕਿਸੇ ਨੂੰ ਕਹਿੰਦੇ ਕੋਈ ਡੋਨੇਸ਼ਨ ਜਾਂ ਕੋਈ ਉਹ, ਤਾਂ ਸਿੱਧਾ ਅਸੀਂ ਅਕਾਊਂਟ ਨੰਬਰ ਆਪਣੇ ਜਾਰੀ ਕੀਤੇ ਹੋਏ ਨੇ, ਤੁਸੀਂ ਉਹਦੇ ਵਿੱਚ ਅਸੀਂ ਕਹਿੰਦੇ ਵੀ ਤੁਸੀਂ ਪਾ ਲਓ। ਉਸ ਆਪਸ ਦੇ ਵਿੱਚ ਹੀ ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਾਹਰ ਅਸੀਂ ਨਾ ਹੀ ਕਿਸੇ ਨੂੰ ਕਹੀਏ। ਤਾਂ ਅਗਰ ਕਿਸੇ ਨੇ ਕਰਨੀ ਵੀ ਤਾਂ ਸਿੱਧੇ ਅਕਾਊਂਟ ਨੰਬਰ ਅਸੀਂ ਜਾਰੀ ਕੀਤਾ। ਔਰ ਜਿਸ ਦੀ ਅਸੀਂ ਹੈਲਪ ਕਰਦੇ ਹਾਂ, ਮੰਨ ਲਓ ਕਿਸੇ ਬੱਚੇ ਦੀ ਅਗਰ ਅਸੀਂ ਯਤੀਮ ਦੀ ਫੀਸ ਭਰਨੀ ਹੈ ਤਾਂ ਅਸੀਂ ਉਹ ਸਕੂਲ ਦੇ ਨਾਮ ਦਾ ਚੈੱਕ ਕੱਟ ਕੇ ਦਿੰਦੇ ਹਾਂ। ਤਾਂ ਕੈਸ਼ਲੈਸ ਹੀ ਇੱਕ ਤਰ੍ਹਾਂ ਦੀ ਅਸੀਂ ਇੱਕ ਸੰਸਥਾ ਬਣਾਈ ਹੋਈ ਹੈ। ਔਰ ਵੀ ਇਹ ਕਿਸੇ ਦੀ ਵੀ ਐਸੀ ਹੋਵੇ, ਟਰਾਂਸਪੇਰੈਂਸੀ ਇੰਨੀ ਕੁ ਰੱਖੀ ਜਾਵੇ ਵੀ ਕਦੇ ਵੀ ਕੋਈ ਬੰਦਾ ਅਗਰ ਉਂਗਲੀ ਚੱਕਦਾ ਤਾਂ ਉਹਨੂੰ ਅਸੀਂ ਉਹ ਕਰ ਸਕੀਏ। ਅਕਾਊਂਟ ਸਟੇਟਮੈਂਟਸ ਨਿਕਲਣਗੀਆਂ ਔਰ ਸਾਹਮਣੇ ਬੰਦੇ ਨੂੰ ਪਤਾ ਲੱਗੇਗਾ ਕਿ ਮੈਂ ਇੰਨੇ ਦਿੱਤੇ ਸੀਗੇ, ਅਗਰ ਮੈਨੇ ਕੋਈ ਡੋਨੇਸ਼ਨ ਤਾਂ ਉਹ ਫਲਾਂ ਜਗ੍ਹਾ ਦੇ ਉੱਪਰ ਥਰੂ ਚੈੱਕ ਆਪ ਜਗ੍ਹਾ ਦੇ ਉੱਪਰ ਵੀ ਉਹ ਲੱਗ ਚੁੱਕੇ ਨੇ। ਇਸ ਤਰੀਕੇ ਦਾ ਇੱਕ ਸਿਸਟਮ ਯਾਨੀ ਕਿ ਉਹ ਕਰਨ ਦੀ ਇੱਕ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਵੱਲੋਂ। ਜਦੋਂ 2018 ਦੇ ਵਿੱਚ ਅਪ੍ਰੈਲ ਦੇ ਵਿੱਚ ਕਾਫੀ ਇੱਕ ਕੇਸ ਹਾਈਲਾਈਟ ਹੋਇਆ ਸੀਗਾ ਸਾਰੇ ਵਰਲਡ ਦੇ ਵਿੱਚ ਹੀ, ਬਲਕਿ ਮੈਂ ਕਹੂੰਗਾ ਕਿ ਉਸ ਬੱਚੀ ਨਾਲ ਜੋ 8 ਸਾਲ ਦੀ ਬੱਚੀ ਨਾਲ ਜਨਵਰੀ ਦੇ ਵਿੱਚ 2018 ਦੇ ਵਿੱਚ ਕਠੂਆ ਦੇ ਵਿੱਚ ਇੱਕ ਜਬਰ ਜਨਾਹ ਕਰਕੇ ਉਹਨੂੰ ਬਹੁਤ ਹੀ ਦਰਦਨਾਕ ਮੌਤ ਦਿੱਤੀ ਗਈ ਸੀ ਉਸ ਬੱਚੀ ਨੂੰ। ਤਾਂ ਜਦੋਂ ਇਹ ਕੇਸ ਕਾਫੀ ਜ਼ਿਆਦਾ ਮੀਡੀਆ ਦੁਆਰਾ, ਕਿਉਂਕਿ ਪਹਿਲਾਂ ਤਾਂ ਜਦੋਂ ਆਪਾਂ ਨਹੀਂ ਪਤਾ ਸੀਗਾ, ਜਦੋਂ ਸਾਡੀ ਨੌਲੇਜ ਦੇ ਵਿੱਚ ਆਇਆ ਅਪ੍ਰੈਲ ਦੇ ਵਿੱਚ, ਤਾਂ ਇਮੀਡੀਏਟਲੀ ਅਸੀਂ ਸੋਚਿਆ ਕਿ ਅਸੀਂ ਉਸ ਪੀੜਤ ਪਰਿਵਾਰ ਨੂੰ ਮਿਲ ਕੇ ਆਵਾਂਗੇ ਔਰ ਜੋ ਵੀ ਉਹਨਾਂ ਦਾ ਹੋ ਸਕੂਗਾ, ਜਿੰਨਾ ਵੀ ਉਹਨਾਂ ਦੀ ਫਾਈਨੈਂਸ਼ੀਅਲੀ ਅਸੀਂ ਹੈਲਪ ਕਰ ਸਕੀਏ। ਤਾਂ ਅਸੀਂ ਇੱਥੋਂ ਇੱਕ ਟੀਮ ਜਿਹਦੇ ਵਿੱਚ ਮੇਰੇ ਨਾਲ ਅੰਮ੍ਰਿਤਵੀਰ ਸਿੰਘ ਸਾਡੇ ਇੱਕ ਸਿੱਖ ਬ੍ਰਦਰ ਸੀਗੇ, ਤਾਂ ਅਸੀਂ ਇੱਥੋਂ ਜੰਮੂ ਲਈ ਰਵਾਨਾ ਹੋਏ, ਕਠੂਆ ਲਈ। ਜਦੋਂ ਅਸੀਂ ਉੱਥੇ ਪਹੁੰਚੇ ਰਸਾਨਾ ਪਿੰਡ, ਤਾਂ ਜੋ ਉੱਥੇ ਦਾ ਮਾਹੌਲ ਦੇਖਿਆ ਅਸੀਂ, ਤਾਂ ਸਾਨੂੰ ਮਹਿਸੂਸ ਹੋ ਚੁੱਕਿਆ ਸੀਗਾ ਕਿ ਇੱਥੇ ਬਹੁਤ ਜ਼ਿਆਦਾ ਜਿਹੜਾ ਆਪਸੀ ਤਕਰਾਰਬਾਜ਼ੀ ਹੈ ਦੋ ਧਰਮਾਂ ਦੇ ਵਿੱਚ, ਕਮਿਊਨਿਟੀਜ਼ ਦੇ ਵਿੱਚ ਕਾਫੀ ਹਾਈ ਲੈਵਲ 'ਤੇ ਸੀਗੀ। ਬਲਕਿ ਅਸੀਂ ਇੱਕ ਢਾਬੇ ਦੇ ਉੱਪਰ ਜਿੱਥੇ ਅਸੀਂ ਰੁਕੇ ਸੀਗੇ, ਤਾਂ ਉੱਥੇ ਵੀ ਬੰਦਿਆਂ ਨੇ ਜਦੋਂ ਅਸੀਂ ਦੱਸਿਆ ਕਿ ਰਸਾਨਾ ਵਿਲੇਜ ਜਾਣਾ, ਅਸੀਂ ਉਹ ਫੈਮਿਲੀ ਨੂੰ ਮਿਲਣਾ ਜਿਨ੍ਹਾਂ ਦੀ ਬੱਚੀ ਦੀ ਡੈਥ ਹੋ ਚੁੱਕੀ ਹੈ, ਤਾਂ ਉਹਨਾਂ ਨੇ ਵੀ ਸਾਨੂੰ ਗਲਤ ਸਟੋਰੀਜ਼ ਬਣਾ ਕੇ ਸਾਨੂੰ ਉਸ ਢਾਬੇ ਵਾਲੇ ਨੇ ਵੀ ਦੱਸਿਆ ਕਿ ਨਹੀਂ ਜੀ ਤੁਸੀਂ ਵਾਪਸ ਚਲੇ ਜਾਓ ਇੱਥੋਂ। ਉਹ ਤਾਂ ਯਾਨੀ ਕਿ ਤਰ੍ਹਾਂ ਦੇ ਇਲਜ਼ਾਮਾਤ ਲਗਾਏ ਗਏ ਕਿ ਉਹ ਤਾਂ ਜੀ ਉਹਨਾਂ ਦੇ ਫੈਮਿਲੀ ਨੇ ਹੀ ਉਹਨੂੰ ਬੱਚੀ ਨੂੰ ਮਾਰਿਆ ਜੀ, ਵਟਐਵਰ ਕੁਛ ਵੀ ਗੱਲਾਂ ਸੀਗੀਆਂ ਜਿਹੜੀਆਂ ਉਹਨਾਂ ਨੇ
ਐਸੇ ਸਾਡੇ ਇਲਜ਼ਾਮਾਤ ਲਗਾ ਕੇ ਸਾਨੂੰ ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਇੱਥੋਂ ਹੀ ਅਸੀਂ ਪੰਜਾਬ ਵਾਪਸ ਭੇਜ ਦਈਏ। ਮਗਰ ਅਸੀਂ ਸੋਚਿਆ ਸੀ ਕਿ ਅਸੀਂ ਉੱਥੇ ਜਾ ਕੇ ਆਵਾਂਗੇ, ਤਾਂ ਅਸੀਂ ਵਿਜ਼ਿਟ ਕੀਤਾ ਤਾਂ ਸਾਨੂੰ ਉੱਥੇ ਸਾਡੀ ਮੁਲਾਕਾਤ ਤਾਲਿਬ ਹੁਸੈਨ ਜੋ ਲੜਕਾ ਜਿਨ੍ਹਾਂ ਵੱਲੋਂ ਇਹ ਕੇਸ ਚੱਕਿਆ ਗਿਆ ਸੀਗਾ, ਸਭ ਤੋਂ ਪਹਿਲਾਂ ਵਿਸਲ ਬਲੋਅਰ ਸੀਗੇ ਇਸ ਕੇਸ ਦੇ ਵਿੱਚ, ਉਹਨਾਂ ਨਾਲ ਜਦੋਂ ਫ਼ੋਨ 'ਤੇ ਪਹਿਲਾਂ ਰਾਬਤਾ ਹੋਇਆ ਤਾਂ ਅਸੀਂ ਇਹ ਪੇਸ਼ਕਸ਼ ਕੀਤੀ ਕਿ ਇਨ ਦਾ ਮੀਨ ਟਾਈਮ ਉਸ ਕੇਸ ਦੀ ਜੋ ਪਟੀਸ਼ਨ ਸੀਗੀ ਉਹ ਸੁਪਰੀਮ ਕੋਰਟ ਦੇ ਵਿੱਚ ਪੈ ਚੁੱਕੀ ਸੀਗੀ ਟਰਾਂਸਫਰ ਵਾਸਤੇ, ਕਿ ਕੇਸ ਨੂੰ ਕਿਸੇ ਹੋਰ ਸਟੇਟ ਦੇ ਵਿੱਚ ਟਰਾਂਸਫਰ ਕੀਤਾ ਜਾਵੇ। ਤਾਂ ਪੰਜਾਬ ਦੇ ਵੀ ਉਹਦੇ ਵਿੱਚ ਚਾਂਸਸ ਸੀਗੇ ਕਿ ਪੰਜਾਬ ਦੇ ਵਿੱਚ ਵੀ ਕੇਸ ਟਰਾਂਸਫਰ ਹੋ ਸਕਦਾ। ਮੈਂ ਫਿਰ ਪਠਾਨਕੋਟ ਦੇ ਵਿੱਚ ਇਸ ਕੇਸ ਦੇ ਵਿੱਚ ਅਪੀਅਰ ਹੋਇਆ ਔਰ ਪਿਛਲੇ ਸਾਲ 10 ਜੂਨ ਨੂੰ 1 ਸਾਲ ਹੋ ਚੁੱਕਿਆ ਔਰ 10 ਜੂਨ ਨੂੰ ਹੀ ਇਸ ਕੇਸ ਦੇ ਵਿੱਚ ਫੈਸਲਾ ਆਇਆ ਸੀਗਾ, ਜਿਨ੍ਹਾਂ ਦੇ 7 ਬੰਦਿਆਂ ਦਾ ਟਰਾਇਲ ਪਠਾਨਕੋਟ ਚੱਲਿਆ ਸੀਗਾ। ਉਹਦੇ ਵਿੱਚੋਂ 6 ਨੂੰ ਸਜ਼ਾ ਹੋ ਚੁੱਕੀ ਸੀਗੀ। ਇੱਕ ਜਿਹੜਾ ਸੀਗਾ ਆਰੋਪੀ ਉਹਨੂੰ ਕੋਰਟ ਨੇ ਬਰੀ ਕਰ ਦਿੱਤਾ ਸੀ, ਮਗਰ ਉਸ ਦੇ ਖਿਲਾਫ ਵੀ ਅਸੀਂ ਹੁਣ ਇੱਥੇ ਮਾਨਯੋਗ ਹਾਈ ਕੋਰਟ ਦੇ ਵਿੱਚ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਫਾਈਲ ਕੀਤੀ ਹੈ। ਇੱਕ ਉਹਨਾਂ ਦੀ ਜਿਹੜੀ ਉਮਰ ਕੈਦ ਸੀਗੀ 6 ਦੋਸ਼ੀਆਂ ਦੀ, ਤਾਂ ਉਹਨੂੰ ਵੀ ਅਸੀਂ ਕੈਪੀਟਲ ਪਨਿਸ਼ਮੈਂਟ ਦੇ ਵਿੱਚ ਤਬਦੀਲ ਕਰਾਉਣ ਲਈ ਇੱਥੇ ਅਸੀਂ ਅਪੀਲ ਫਾਈਲ ਕੀਤੀ ਹੋਈ ਹੈ। ਇਸ ਤੋਂ ਇਲਾਵਾ ਇੱਕ ਜੁਵਨਾਈਲ ਸੀਗਾ ਜਿਹੜਾ ਲੜਕਾ ਸ਼ੁਭਮ ਸਾਂਗਰਾ, ਉਹਦਾ ਜਿਹੜਾ ਟਰਾਇਲ ਆ ਉਹ ਉੱਥੇ ਚੱਲ ਰਿਹਾ ਆਪਣੇ ਜੰਮੂ ਦੇ ਵਿੱਚ ਚੱਲ ਰਿਹਾ, ਹੀਰਾਨਗਰ ਦੇ ਵਿੱਚ ਚੱਲ ਰਿਹਾ ਉਹਦਾ ਟਰਾਇਲ। ਤਾਂ ਉਹ ਵੀ ਅਸੀਂ ਕੋਸ਼ਿਸ਼ ਕਰਨ ਲੱਗੇ ਹੋਏ ਹਾਂ ਕਿ ਉਹ ਵੀ ਇੱਥੇ ਪਠਾਨਕੋਟ ਦੇ ਵਿੱਚ ਸ਼ਿਫਟ ਹੋ ਜਾਵੇ। ਜਿੱਦਾਂ ਇਹ ਹਾਈ ਪ੍ਰੋਫਾਈਲ ਕੇਸ ਸੀ ਔਰ ਜਿਹੜੀਆਂ ਤਾਕਤਾਂ ਇਹਦੇ ਪਿੱਛੇ ਲੱਗੀਆਂ ਹੋਈਆਂ ਸੀਗੀਆਂ, ਤਾਂ ਉਹਨਾਂ ਨਾਲ ਲੜਨ ਦੇ ਬਾਵਜੂਦ ਕੋਈ ਇੰਨੀ ਪ੍ਰੋਬਲਮ ਨਹੀਂ ਫੇਸ ਕੀਤੀ, ਰੱਬ ਨੇ ਇੰਨੀ ਹਿੰਮਤ ਦਿੱਤੀ ਸੀ। ਮਗਰ ਉਸ ਦੇ ਬਾਵਜੂਦ ਕੁਝ ਇੱਥੇ ਸਾਡੇ ਹੀ ਬੰਦਿਆਂ ਵੱਲੋਂ, ਸਾਡੇ ਹੀ ਕੁਝ ਸਿਆਸੀ ਗਰਜਸ ਕਰਕੇ ਉਹਨਾਂ ਦੇ, ਠੀਕ ਹੈ, ਕੁਝ ਕੀ ਸ਼ਿਕਾਇਤਾਂ ਨੇ, ਸਾਨੂੰ ਇਹਦੇ ਬਾਰੇ ਨਹੀਂ, ਜਾਂ ਕੋਈ ਕਨਸਪੀਰੇਸੀ ਜਾਂ ਕੋਈ ਸਾਜ਼ਿਸ਼ਾਂ ਨੇ, ਸਾਨੂੰ ਨਹੀਂ ਇਹਦੇ ਬਾਰੇ ਇਲਮ ਹੈ। ਮਗਰ ਸਾਨੂੰ ਟਾਰਗੇਟ ਵੀ ਕੀਤਾ ਗਿਆ, ਸਾਨੂੰ ਇਨਾਮ ਵੀ ਇਹਨਾਂ ਚੀਜ਼ਾਂ ਦਾ, ਅਗਰ ਹੱਕ ਦੇ ਉੱਪਰ ਲੜਨ ਦਾ ਸਾਨੂੰ ਇਨਾਮ ਵੀ ਦਿੱਤਾ ਗਿਆ ਔਰ ਸਾਨੂੰ ਝੂਠੇ ਕੇਸਾਂ ਦੇ ਵਿੱਚ ਵੀ ਇਨਵੋਲਵ ਕੀਤਾ ਗਿਆ। ਤਬਰੇਜ਼ ਅੰਸਾਰੀ ਦਾ ਜੋ ਕੇਸ ਹੋਇਆ ਸੀਗਾ ਪਿੱਛੇ ਝਾਰਖੰਡ ਤੋਂ, ਉਹ ਵੀ ਉਹਨਾਂ ਦੀ ਫੈਮਿਲੀ ਵੀ ਮੈਨੂੰ ਦਿੱਲੀ ਮਿਲੇ ਸੀਗੇ, ਤਾਂ ਅਸੀਂ ਉਹਦੇ ਵਿੱਚ ਵੀ ਲੱਗੇ ਹੋਏ ਸੀ ਕਿ ਕਿਸੇ ਤਰੀਕੇ ਨਾਲ ਉਹ ਵੀ ਕੇਸ ਨੂੰ ਹੈਂਡਲ ਕੀਤਾ ਜਾਵੇ ਔਰ ਉਹਨੂੰ ਅਸੀਂ ਜਿਹੜੇ ਮੁਜਰਮ ਨੇ ਉਹਦੇ ਵਿੱਚ ਵੀ ਮੁਲਜ਼ਮ ਨੇ ਉਹਨਾਂ ਨੂੰ ਸਜ਼ਾ ਦਿਲਵਾਈ ਜਾਵੇ। ਜਿਵੇਂ ਕਹਿੰਦੇ ਵੀ ਜਿਹੜਾ ਘੜਾ ਹੈ ਜਦ ਤੱਕ ਉਹ ਤਪਦਾ ਨਹੀਂ ਅੱਗ ਦੇ ਵਿੱਚ, ਜਦ ਤੱਕ ਉਹ ਮਜ਼ਬੂਤ ਨਹੀਂ ਹੁੰਦਾ। ਤਾਂ ਅਸੀਂ ਵੀ ਆਪਣੇ ਆਪ ਨੂੰ ਇਹੀ ਸੋਚਦੇ ਹਾਂ ਕਿ ਅਗਰ ਮਿੱਟੀ ਦੇ ਅਸੀਂ ਬਣੇ ਹੋਏ, ਅਗਰ ਸਾਨੂੰ ਵੀ ਰੱਬ ਐਸੀ ਅਜ਼ਮਾਇਸ਼ ਦੇ ਵਿੱਚੋਂ, ਕਿਸੇ ਤਪਿਸ਼ ਦੇ ਵਿੱਚੋਂ ਗੁਜ਼ਾਰ ਰਿਹਾ, ਤਾਂ ਸਾਨੂੰ ਇਹਦੇ ਨਾਲ ਮਜ਼ਬੂਤ ਹੀ ਕਰੇਗਾ। ਔਰ ਸਾਡੇ ਕੋਲੋਂ ਅਗਰ ਰੱਬ ਕੋਈ ਹੋਰ ਕੰਮ ਅਗਰ ਲੈਣਾ ਚਾਹੇ, ਅੱਗੇ ਵੀ ਕੋਈ ਐਸੇ ਕੇਸਿਸ ਅਗਰ ਕੋਈ ਆਏ, ਤਾਂ ਇਨਸ਼ਾਅੱਲਾ ਅਸੀਂ ਉਹਦੇ ਤੋਂ ਵੀ ਪਿੱਛੇ ਨਹੀਂ ਹਟਾਂਗੇ। ਕਿਤੇ ਨਾ ਕਿਤੇ ਥੋੜ੍ਹਾ ਸਮਝੌਤਾ ਕਰਨਾ ਪੈਂਦਾ ਤੇ ਠੀਕ ਹੈ ਕਿ ਉਹ ਬੱਚਾ ਮਾਂ-ਬਾਪ ਦਾ, ਠੀਕ ਹੈ। ਹੁਣ ਜਿਹੜਾ ਲੋਕਡਾਊਨ ਸੀਗਾ ਇਹ 'ਚ ਥੋੜ੍ਹਾ, ਇਹ ਤਾਂ ਵੈਸੇ ਇੱਕ ਜੈਨੂਅਨ ਹੀ ਹੈ ਕਿ ਹਰ ਬੰਦੇ, ਹਰ ਫੈਮਿਲੀ ਦੇ ਵਿੱਚ ਲੋਕ ਇਕੱਠੇ ਹੋ ਕੇ ਬੈਠਣ ਲੱਗੇ ਨੇ, ਤੇ ਇਹ ਹੁਣ ਥੋੜ੍ਹਾ ਸਾਨੂੰ ਫੀਲ ਹੋਇਆ ਕਿ ਸਾਡਾ ਬੱਚਾ ਸਾਡੇ ਵਿੱਚ ਬੈਠਦਾ। ਅਦਰਵਾਈਜ਼ ਥੋੜ੍ਹਾ ਸਾਨੂੰ ਵੀ ਸਮਝੌਤਾ ਕਰਨਾ ਪੈਂਦਾ ਸੀਗਾ ਕਿ ਬੱਚਾ ਬਿਜ਼ੀ ਹੈ, ਰਾਤ ਨੂੰ ਵੀ ਅਸੀਂ ਮਿਲਣਾ, ਕਈ ਵਾਰ ਤਾਂ ਕਈ ਦਿਨ ਮਿਲਦੇ ਹੀ ਨਹੀਂ ਸੀਗੇ। ਅਸੀਂ ਪੁੱਛਦੇ ਰਹਿੰਦੇ ਸੀ ਵੀ ਕਿੱਥੇ ਆ, ਕਿੱਥੇ ਗਿਆ ਹੋਵੇਗਾ ਜੀ, ਰਾਤ ਲੇਟ ਆਇਆ, ਸਵੇਰੇ ਜਲਦੀ ਚਲਾ ਗਿਆ। ਤਾਂ ਫੀਲ ਤਾਂ ਹੁੰਦਾ ਹੀ ਹੈ, ਲੇਕਿਨ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਜਿਹੜਾ ਟਾਈਮ ਹੈ ਸਾਨੂੰ ਨਹੀਂ ਦੇ ਪਾ ਰਿਹਾ, ਉਹ ਕਿਸੇ ਹੋਰ ਅੱਛੇ ਪਰਪਸ ਲਈ ਦੇ ਰਿਹਾ। ਬੇਟੇ ਮੈਂ ਤਾਂ ਜਦੋਂ ਇਹ ਰਾਊਂਡ ਲਗਾਉਣ ਆਉਂਦਾ ਮੈਂ ਉਦੋਂ ਕਹਿੰਦੀ ਹਾਂ ਮੁਬੀਨ ਤੇਰਾ ਸਹੀ ਚੱਲ ਰਿਹਾ ਹੈ ਕੰਮ, ਕਿਸ ਤਰ੍ਹਾਂ ਚੱਲ ਰਿਹਾ ਹੈ? ਫਿਰ ਉਹ ਹਾਂ ਮੰਮੀ ਠੀਕ ਹੈ। ਜਦੋਂ ਆਸਿਫਾ ਕੇਸ ਜਦੋਂ ਇਹ ਕਤਲ ਹੋਈ ਹੈ, ਬੱਚੀ ਕਤਲ ਕੀਤੀ ਹੈ, ਉਦੋਂ ਇਹਦੇ ਦਿਲ ਦੇ ਵਿੱਚ ਬਹੁਤ ਹੋਇਆ। ਇਹ 5-6 ਬੰਦਿਆਂ ਨੂੰ ਲੈ ਕੇ ਜੀ ਉੱਥੇ ਪਹੁੰਚਿਆ, ਉਹਨਾਂ ਦੇ ਪਿੰਡ ਜਾ ਕੇ ਫਿਰ ਉੱਥੇ ਉਹ ਮੌਕਾ ਦੇਖ ਕੇ ਆਇਆ ਵੀ ਕਿੱਥੇ ਉਹ ਲੜਕੀ ਨੂੰ ਉਹਨਾਂ ਨੇ ਇੱਕ ਕੋਈ ਉਹ ਸੀਗਾ ਜੀ, ਉਹ ਇਹਨੂੰ ਸ਼ੁਰੂ ਤੋਂ ਹੀ ਸੀਗਾ, ਹਮਦਰਦੀ ਸੀਗੀ। ਉਹ ਸਿਰਫ ਆਸਿਫਾ ਨਾਲ ਨਹੀਂ, ਉਹ ਤੋਂ ਪਹਿਲਾਂ ਵੀ ਕਰਦਾ ਰਿਹਾ। ਉਰੇ ਕੋਈ ਕਿਸੇ ਲੇਡੀ ਦਾ ਕੋਈ ਕੇਸ ਹੋ ਗਿਆ, ਉਹ ਵੀ ਇਹਨੇ ਫਰੀ ਲੜਨਾ, ਉਹਦੇ ਨਾਲ ਹੈਲਪ ਕਰਨੀ। ਤੇ ਉਹ ਇਨ ਦਾ ਮੇਨ ਟਾਈਮ ਜਦੋਂ ਆਸਿਫਾ ਦਾ ਕੇਸ ਹੋਇਆ ਤਾਂ ਉਸ ਵੇਲੇ ਵੀ ਇਹ ਉੱਥੇ ਗਿਆ ਤੇ ਜਾ ਕੇ ਇਹਨੇ ਪਹਿਲਾਂ ਸ਼ੁਰੂ ਤੋਂ ਜਾ ਕੇ ਦੇਖਿਆ, ਤੇ ਫਿਰ ਉਹ ਤੋਂ ਬਾਅਦ ਉਹ 'ਚ ਇਨਵੋਲਵਮੈਂਟ ਹੋ ਗਈ ਇਹਦੀ, ਤੇ ਉਹਨਾਂ ਦੀ ਫੈਮਿਲੀ ਨੂੰ ਮਿਲਿਆ ਤੇ ਮਿਲ ਕੇ ਜਾ ਕੇ ਉਹਨਾਂ ਦੀ ਹੈਲਪ ਕਰੀ। ਤੇ ਬਾਕੀ ਇਹਦੀ ਸਿਕਿਉਰਿਟੀ ਦਾ, ਸੇਫਟੀ ਦਾ ਵੀ ਸਾਨੂੰ ਫਿਕਰ ਰਹਿੰਦਾ ਸੀਗਾ ਕਿ ਇਕੱਲਾ ਜਾਂਦਾ ਜਾਂ 1-2 ਬੰਦੇ ਨਾਲ ਲੈ ਗਿਆ, ਤੇ ਧਮਕੀਆਂ ਵੀ ਆਉਂਦੀਆਂ ਰਹਿੰਦੀਆਂ ਸੀ।
ਇਹ ਤਾਂ ਇੱਕ ਵਾਰੀ ਜਾਂਦੇ ਜਾਂਦੇ ਇਹਨੂੰ ਥੋੜੀ ਪ੍ਰੋਬਲਮ ਵੀ ਆਈ ਹੈ ਕੁਝ ਬੰਦਿਆਂ ਨੇ ਇਹਨਾਂ ਨਾਲੋਂ। ਖੈਰ ਉਹ ਸਾਨੂੰ ਇਹ ਸੀ ਕਿ ਰੱਬ ਜੀ ਦਾ ਮਾਲਿਕ ਹੈ ਤੇ ਉਹਨੂੰ ਕੁਝ ਨਹੀਂ ਹੁੰਦਾ ਜੀ। ਐਕਚੁਅਲੀ ਨਾ ਇਹਦੀ ਬੱਚੀ ਦਾ ਨਾਮ ਸ਼ਿਫਾ ਹੈ, ਉਹ ਵੀ ਇੰਨੇ ਸਾਲ ਦੀ ਹੈ, 11ਵੇਂ ਸਾਲ 'ਚ ਹੋ ਗਈ ਹੁਣ। ਹਾਂਜੀ, ਬਸ ਉਹ ਇਹ ਨਾ ਬਸ ਜਦੋਂ ਪਹਿਲੀ ਵਾਰੀ ਇਹਨੇ ਉੱਥੇ ਸਪੀਚ ਦਿੱਤੀ ਸੀ ਜੀ, ਇਕੱਠ ਬਹੁਤ ਸੀਗਾ ਉੱਥੇ ਵੀ। ਇਹਦਾ ਨਾ ਦਿਲ ਮਤਲਬ ਇੰਨਾ ਉਹ ਹੋਇਆ ਕਿ ਸਾਡਾ ਵੀ ਦਿਲ ਬਹੁਤ ਖਰਾਬ ਹੋਇਆ ਕਿ ਦੇਖੋ ਇੱਕ ਬੱਚੀ ਨਾਲ ਕਿੰਨਾ ਅਨਿਆਏ ਹੋਇਆ ਹੈ ਨਾ ਜੀ। ਕੀ ਉਹਨੇ ਮਾਸੂਮ ਨੇ ਕੀ ਕਸੂਰ ਕੀਤਾ ਸੀਗਾ। ਬਸ ਉਹ ਬੱਚੀ ਦਾ ਨਾ ਜੀ ਸਾਨੂੰ ਖੁਦ ਫਿਰ ਅਸੀਂ ਕਿਹਾ ਵੀ ਇਨਸਾਫ ਵਾਸਤੇ ਸਾਡਾ ਬੱਚਾ ਜਾਂਦਾ, ਔਰ ਇਨਸਾਫ ਵਾਸਤੇ ਸਾਨੂੰ ਡਰ ਬਹੁਤ ਲੱਗਦਾ ਰਿਹਾ। ਮੁਬੀਨ ਨੂੰ ਕਹਿੰਦੇ ਹੁੰਦੇ ਸੀ ਅਸੀਂ, ਮੁਬੀਨ ਵੀ 2-4 ਬੰਦਿਆਂ ਨੂੰ ਬੇਟੇ ਨਾਲ ਲੈ ਕੇ ਜਾਇਆ ਕਰ, ਤੂੰ ਇਕੱਲਾ ਨਾ ਜਾਇਆ ਕਰ। ਅਸੀਂ ਇਹਨਾਂ ਵੈਸੇ ਫੁੱਲ ਸਪੋਰਟ ਕੀਤੀ ਹੈ। ਹਾਂ, ਫੁੱਲ ਸਿਰਫ ਇਹਦਾ ਦਿਲ ਇਹ ਸੀਗਾ ਕਿ ਇਹ ਜੋ ਉਸ ਵੇਲੇ ਆਸਿਫਾ ਦੀ ਉਮਰ 8 ਸਾਲ ਦੀ ਸੀ, ਇਹਦੀ ਬੱਚੀ ਵੀ 8 ਸਾਲ ਦੀ ਸੀ। ਤੇ ਇਹਨੂੰ ਇੱਥੇ ਕੋਈ ਸਪੀਚ ਕਰਦਾ ਸੀ, ਉਹ ਤੇ ਰੋਣ ਲੱਗ ਗਿਆ ਜੀ ਸਟੇਜ ਤੇ। ਇਹਨੂੰ ਕਹਿੰਦਾ ਮੈਨੂੰ ਉਸ ਆਸਿਫਾ ਦੇ ਵਿੱਚ ਆਪਣੀ ਬੱਚੀ ਦਿਖਦੀ ਹੈ। ਬਹੁਤ ਦੁਆਵਾਂ ਕੀਤੀਆਂ ਜੀ ਵੀ ਪ੍ਰਮਾਤਮਾ ਇਹਨਾਂ ਦਾ ਸਾਥ ਦੇਵੇ। ਇਨਸਾਫ ਦੀ ਲੜਾਈ ਲੜ ਰਹੇ ਨੇ। ਮੈਂ ਕਿਹਾ ਜੇ ਉੱਪਰ ਵਾਲਾ ਇਨਸਾਫ ਜੇ ਹੈ ਤਾਂ ਉਹ ਜ਼ਰੂਰ ਇਨਸਾਫ ਕਰੂਗਾ। ਜਦੋਂ ਪਠਾਨਕੋਟ ਜਾਂਦੇ ਸੀ ਡਰ ਬਹੁਤ ਲੱਗਦਾ ਸੀ, ਕਿਉਂਕਿ ਜਿਹੜੇ ਨੇ ਉਧਰ ਕਾਫੀ ਵਕੀਲ ਸੀਗੇ, ਇਹ ਸਿਰਫ 5 ਪਤਾ ਨਹੀਂ 6 ਵਕੀਲ ਸੀਗੇ ਜੀ, ਤੇ ਉਧਰ 30-32 ਵਕੀਲ ਸੀ ਉਹ ਦੂਜੀ ਐਂਟੀ ਪਾਰਟੀ ਵਾਲਿਆਂ ਦੇ, ਜਿਨ੍ਹਾਂ ਨੇ ਮਤਲਬ ਕੀਤਾ। ਦੇਖੋ ਲੋਕ ਕੈਸੇ ਨੇ ਵੀ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦੇ ਨਾਲ ਵੱਧ ਦੁਨੀਆ ਹੋ ਗਈ ਸੀਗੀ। ਸਾਨੂੰ ਫਿਰ ਇਸ ਕਰਕੇ ਬਹੁਤ ਡਰ ਲੱਗਦਾ ਸੀਗਾ ਵੀ ਬੱਚੇ ਨੂੰ ਕੁਝ ਕਰਵਾ ਨਾ ਦੇਣ। ਸਾਨੂੰ ਮਾਣ ਹੈ ਆਪਣੇ ਬੱਚੇ ਤੇ ਇਹ ਹੈ ਕਿ ਇਨਸਾਨੀਅਤ ਲਈ ਲੜਦਾ ਹੈ। ਉਹਦੇ ਵਿੱਚ ਕੋਈ ਕਿਸੇ ਦਾ ਮਜ਼ਹਬ ਨਹੀਂ ਦੇਖਦਾ। ਪੋਜੀਸ਼ਨ 'ਚ ਬੜੇ ਲੋਕ ਨੇ ਬੈਠੇ ਨੇ ਜਿਹੜੇ ਇਹਦੇ ਰਸਤੇ ਵਿੱਚ ਅੜਚਨਾ ਵੀ ਪੈਦਾ ਕਰ ਸਕਦੇ ਨੇ, ਕਰਦੇ ਵੀ ਨੇ। ਲੇਕਿਨ ਸਾਨੂੰ ਕਈ ਵਾਰ ਡਰ ਲੱਗਦਾ ਹੁੰਦਾ ਕਿ ਐਡੇ ਬੜੇ ਨਾਲ ਲੋਕਾਂ ਨਾਲ ਟੱਕਰ ਲੈ ਰਿਹਾ ਹੈ।